मैं हैगी हाँ और मैं जुर्रत करदी हाँ तुहानूं ललकारन दी। शायद असी एज अ सोसाइटी इस करके अज तक मार खाधी भी है कि असी ऑर्गेनाइज्ड होकर काम नहीं किया। ਜਿਹੜੀਆਂ ਇੰਨੀਆਂ ਪਹਿਲਾਂ 32 ਜਥੇਬੰਦੀਆਂ ਨੇ ਉਸ ਤੋਂ ਇਲਾਵਾ ਇੱਕ ਹੋਰ ਜਥੇਬੰਦੀ ਦੀ ਕੀ ਜ਼ਰੂਰਤ ਹੋਊ? ਅਸੀਂ ਕਿੱਥੋਂ ਤੁਰੇ ਸੀਗੇ 1947 ਚ, ਅੱਜ ਅਸੀਂ ਕਿੱਥੇ ਆ ਕੇ ਡਿੱਗ ਗਏ ਹਾਂ। 70 ਸਾਲਾਂ ਸਾਡੇ ਕੀ ਹਾਲਾਤ ਹੋ ਗਏ ਆ, ਇਹ ਇਸੇ ਕਰਕੇ ਹੋਏ ਆ ਕਿਉਂਕਿ ਅਸੀਂ ਨਹੀਂ ਆਉਣਾ ਚਾਹੁੰਦੇ। ਅਸੀਂ ਹਮੇਸ਼ਾ ਗੁਲਾਮ ਦੀ ਜਾਂ ਨੌਕਰ ਦੀ ਭੂਮਿਕਾ 'ਚ ਕਿਉਂ ਰਹਿਣਾ ਚਾਹੁੰਦੇ ਆ। ਮੰਜ਼ਿਲ ਜਿਹੜੀ ਚੋਣ ਲੜਨਾ ਨਹੀਂ ਹੈ, ਮੰਜ਼ਿਲ ਜਿਹੜਾ ਹੈ ਜਿੱਥੇ ਡਿਗੇ ਆ ਉੱਥੋਂ ਨਿਕਲਣਾ ਹੈ। ਇਹ ਜਿਸ ਪੱਧਰ ਦੀ ਸਾਡੀ ਲੜਾਈ ਹੈ, ਅਸੀਂ ਜਿੰਨੇ ਹੋਵਾਂਗੇ ਉਨੇ ਅਸੀਂ ਘੱਟ ਹਾਂ। मेरे जहन च भी आ रहा है कि बार बार ये सवाल क्यों उठ रहा है। इट हैज़ बीन मेड वेरी क्लियर दैट दिस जथेबंदी हैज़ कम इन सपोर्ट ऑफ किसान संयुक्त मोर्चा। वो जे लगूगा कि अज चोण लड़न की लोड़ है अज लड़ांगे, जे लगूगा कि कल नूं लोड़ पेगी कल नूं लड़ांगे, जे लगूगा कि चोण की लोड़ नहीं हैगी। रोज़ाना स्पोक्समैन देख रहे तमाम दर्शकों का मैं शशव नागरा स्वागत करदा। दोस्तों पिछले 7 महीनों तो किसान दिल्ली ਦੀਆਂ ਬਰੂਹਾਂ ਤੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਜਿਹੜੇ 3 ਖੇਤੀ ਕਾਨੂੰਨ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ। ਤੇ ਜੇ ਮੈਂ ਗੱਲ ਕਰਾਂ ਇਸ ਅੰਦੋਲਨ ਦੀ ਤਾਂ ਇਸ ਅੰਦੋਲਨ ਦੇ ਵਿੱਚ ਸਾਡੀਆਂ ਮਾਤਾਵਾਂ ਦੀ, ਬੀਬੀਆਂ ਦੀ, ਭੈਣਾਂ ਦੀ, ਔਰਤਾਂ ਦੀ ਇੱਕ ਅਲੱਗ ਭੂਮਿਕਾ ਰਹੀ ਹੈ। ਵੱਧ ਚੜ੍ਹ ਕੇ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਹੈ। ਤੇ ਮੇਰੇ ਨਾਲ ਇਸ ਵਕਤ ਕਰੁਣਾਜੀਤ ਕੌਰ ਮੌਜੂਦ ਨੇ ਜੋ ਲਗਾਤਾਰ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਨੇ, ਪੂਰੀ ਜਿਹੜੀ ਉਹਨਾਂ ਨੂੰ ਸਮਰਥਨ ਦੇ ਰਹੇ ਨੇ। ਤੇ ਅੱਜ ਚੰਡੀਗੜ੍ਹ ਵਿਖੇ ਇੱਕ ਨਵੀਂ ਜਥੇਬੰਦੀ ਦਾ ਐਲਾਨ ਹੁੰਦਾ ਤੇ ਉਸ ਨੂੰ ਵੀ ਸਪੋਰਟ ਕਰਨ ਆਏ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਥੈਂਕ ਯੂ ਜੀ। ਅੱਜ ਤੁਸੀਂ ਇੱਕ ਨਵੀਂ ਜਥੇਬੰਦੀ ਬਣੀ ਹੈ ਕਿਸਾਨਾਂ ਦੀ, ਉਹਦੀ ਸਪੋਰਟ ਕਰਨ ਆਏ ਹੋ। ਕੀ ਲੱਗਦਾ ਹੈ ਕਿ ਇੱਕ ਹੋਰ ਜਥੇਬੰਦੀ ਦੀ ਜ਼ਰੂਰਤ ਸੀ ਜਾਂ ਫਿਰ ਇੱਦਾਂ ਹੋਰ ਜਥੇਬੰਦੀਆਂ ਬਣਦੀਆਂ ਰਹਿਣਗੀਆਂ? ਕਿਉਂ ਇਸ ਨਵੇਂ ਫਰੰਟ ਦੀ ਜ਼ਰੂਰਤ ਪਈ? ਜੀ ਇਹ ਇੱਕ ਲੜਾਈ ਅਸੀਂ ਲੜ ਰਹੇ ਹਾਂ ਬਹੁਤ ਵੱਡੀ ਤਾਕਤ ਦੇ ਨਾਲ, ਔਰ ਪੂਰਾ ਇੱਕ ਜਿਹਨੂੰ ਵਾਰ ਦੇ ਪੱਧਰ 'ਤੇ ਲੜਾਈ ਲੜੀ ਜਾ ਰਹੀ ਹੈ। ਔਰ ਜਿੰਨੇ ਯੋਧੇ ਸਾਡੇ ਕੋਲ ਹੋਣ ਉਨੇ ਹੀ ਘੱਟ ਹੈਗੇ। ਅਤੇ ਸ਼ਾਇਦ ਅਸੀਂ ਐਜ਼ ਅ ਸੋਸਾਇਟੀ ਇਸ ਕਰਕੇ ਅੱਜ ਤੱਕ ਮਾਰ ਖਾਧੀ ਵੀ ਹੈ ਕਿ ਅਸੀਂ ਔਰਗੇਨਾਈਜ਼ਡ ਹੋ ਕੇ ਕੰਮ ਨਹੀਂ ਕੀਤਾ, ਅਸੀਂ ਜਥੇਬੰਦ ਹੋ ਕੇ ਕੰਮ ਨਹੀਂ ਕੀਤਾ। ਅਤੇ ਅਸੀਂ ਜੇ ਕਿਸੇ ਵੀ ਪਲੈਟਫਾਰਮ 'ਤੇ ਜਾਣਾ ਆ ਸਾਨੂੰ ਉਹਦੇ ਲਈ ਔਰਗੇਨਾਈਜ਼ ਹੋਣ ਦੀ ਲੋੜ ਹੈ। ਔਰ ਉਸੀ ਲੋੜ ਨੂੰ ਮੱਦੇਨਜ਼ਰ ਰੱਖ ਕੇ ਇਹ ਜਿਹੜੀ ਜਥੇਬੰਦੀ ਹੈ ਸਿਰਜੀ ਗਈ ਹੈ। ਜਿੱਦਾਂ ਕਿ ਬਾਪੂ ਡਿਬਡਿਬਾ ਜੀ ਨੇ ਹੁਣੀ ਸਟੇਜ 'ਤੇ ਗੱਲ ਦੱਸੀ ਸੀ ਕਿ ਇਹਦਾ ਜਿਹੜਾ ਮੁੱਖ ਕੰਮ ਹੋਏਗਾ ਉਹ ਜਿਹੜਾ ਯੂਥ ਹੈ ਉਹਨੂੰ ਔਰਗੇਨਾਈਜ਼ ਕਰਕੇ ਜਥੇਬੰਦ ਕਰਕੇ ਮੋਰਚੇ ਤੱਕ ਜਿਹੜਾ ਲਿਜਾਣਾ ਉਹ ਮੇਨ ਉਹਦਾ ਕੰਮ ਰਹੇਗਾ। ਤੁਸੀਂ ਕਿਹਾ ਕਿ ਅਸੀਂ ਕਦੇ ਜਥੇਬੰਦੀ ਨਹੀਂ ਬਣਾਈ ਆ, ਅਸੀਂ ਇਕੱਠੇ ਹੀ ਨਹੀਂ ਹੋਏ ਕਦੇ। ਉਹੀ ਸਵਾਲ ਮੇਰਾ ਹੈ ਕਿ ਜਿਹੜੀਆਂ ਇੰਨੀਆਂ ਪਹਿਲਾਂ 32 ਜਥੇਬੰਦੀਆਂ ਨੇ ਉਸ ਤੋਂ ਇਲਾਵਾ ਇੱਕ ਹੋਰ ਜਥੇਬੰਦੀ ਦੀ ਕੀ ਜ਼ਰੂਰਤ ਹੋਗੀ? ਉਸ ਦਾ ਹੀ ਕਿਉਂ ਨਹੀਂ ਹਿੱਸਾ ਬਣਿਆ ਗਿਆ? ਕਿਉਂ ਉਹਨਾਂ ਦੇ ਨਾਲ ਤਾਲਮੇਲ ਨਹੀਂ ਜਿਹੜਾ ਠੀਕ ਤਰੀਕੇ ਦੇ ਨਾਲ ਹੋ ਪਾਇਆ? ਇਹ ਜਥੇਬੰਦੀ ਭਾਜੀ ਉਹਦਾ ਹੀ ਹਿੱਸਾ ਹੈ, ਸਬਸਿਡੀਅਰੀ ਜਿਹਨੂੰ ਕਹਿੰਦੇ ਆ। ਇਹ ਜਥੇਬੰਦੀ ਕਿਸਾਨ ਸੰਯੁਕਤ ਮੋਰਚੇ ਦਾ ਹੀ ਇੱਕ ਹਿੱਸਾ ਹੈ। ਅਸੀਂ ਇੱਕ ਛੱਤ ਦੇ ਥੱਲੇ ਖੜੇ ਹਾਂ, ਤੁਸੀਂ ਦੇਖੋ ਇਹ ਪਿਲਰਸ ਦੇ ਉੱਤੇ ਛੱਤ ਖੜੀ ਹੋਈ ਹੈ। ਜੇ ਪਿਲਰਸ ਨਹੀਂ ਹੋਊਗੇ ਤਾਂ ਛੱਤ ਗਿਰ ਜਾਏਗੀ। ਅਤੇ ਇਹ ਨਜ਼ਰੀਆ ਹੈ ਦੇਖਣ ਦਾ, ਅਸੀਂ ਇੱਕ ਚੀਜ਼ ਨੂੰ ਕਿੱਦਾਂ ਦੇਖਦੇ ਹਾਂ। ਇਹ ਜਿਹੜੀ ਅੱਜ ਜਥੇਬੰਦੀ ਨਵੀਂ ਗਠਿਤ ਹੋਈ ਹੈ ਇਹ ਸਾਡੇ ਵਿਰੋਧੀਆਂ ਦੇ ਵਿੱਚ ਜਾ ਕੇ ਗਠਿਤ ਨਹੀਂ ਹੋਈ, ਸਾਡੇ ਖਿਲਾਫ ਗਠਿਤ ਨਹੀਂ ਹੋਈ, ਸਾਡੇ ਹੀ ਹੱਕਾਂ ਦੇ ਲਈ, ਕਿਸਾਨ ਮੋਰਚੇ ਦੀ ਸਪੋਰਟ ਦੇ ਲਈ, ਉਹਨੂੰ ਸਪੋਰਟ ਸੰਪਲੀਮੈਂਟ ਕਰਨ ਦੇ ਲਈ ਇਹ ਜਿਹੜੀ ਹੈ ਖੜੀ ਹੋਈ ਹੈ। ਔਰ ਜਥੇਬੰਦ ਹੋਣ ਦੇ ਬਹੁਤ ਸਾਰੇ ਫਾਇਦੇ ਹੈ ਕਿ ਜਦ ਤੁਸੀਂ ਔਰਗੇਨਾਈਜ਼ ਹੋ ਕੇ ਕੁਝ ਕਰਦੇ ਹੋ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਜਿਹੜੀਆਂ ਵੱਡੀਆਂ ਉਪਲਬਧੀਆਂ ਆ ਉਹ ਹਾਸਿਲ ਕਰ ਲੈਂਦੇ ਹੋ। ਇਹ ਸਾਨੂੰ ਪਿੱਛੇ 7 ਮਹੀਨੇ ਹੋ ਗਏ ਮੋਰਚੇ 'ਚ, ਇਹ ਸਾਨੂੰ ਜੋ ਸਿੱਖਣ ਨੂੰ ਮਿਲਿਆ ਔਰ ਦੇਖਣ ਨੂੰ ਮਿਲਿਆ ਉਹ ਇਹੀ ਹੈ ਕਿ ਜਿਹੜਾ ਪੰਜਾਬ ਦਾ, ਭਾਰਤ ਦਾ ਕਿਸਾਨ ਅੱਜ ਜਥੇਬੰਦ ਹੋਇਆ ਅਤੇ ਉਹਨੇ ਕਿੱਥੇ ਤੱਕ ਮੱਲਾਂ ਮਾਰੀਆਂ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਜਿਹੜੇ ਨੌਜਵਾਨ ਨੇ, ਕਿਉਂਕਿ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲ ਹੋ ਰਹੀ ਸੀ ਕਿ ਨੌਜਵਾਨ ਨਿਰਾਸ਼ ਨੇਗੇ? ਕਿਉਂਕਿ ਜੇ ਅਸੀਂ ਬਾਕੀ 32 ਜਥੇਬੰਦੀਆਂ ਦੀ ਗੱਲ ਕਰੀਏ ਉਹ ਤਾਂ ਇਹ ਕਹਿੰਦੇ ਨੇ ਕਿ ਨੌਜਵਾਨ ਸਾਡਾ ਪੂਰਾ ਸਾਥ ਦੇ ਰਹੇ ਨੇ। ਅਸੀਂ ਵੀ ਪਿਛਲੇ ਦਿਨੀ ਦੇਖਿਆ ਜਦੋਂ ਚੰਡੀਗੜ੍ਹ ਪ੍ਰੋਟੈਸਟ ਕੀਤਾ ਜਾਂਦਾ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਨੌਜਵਾਨ ਪਹੁੰਚਦੇ ਨੇ, ਕਿਸਾਨ ਪਹੁੰਚਦੇ ਨੇ। ਪਰ ਤੁਹਾਨੂੰ ਇਹ ਕਿਉਂ ਮਹਿਸੂਸ ਹੁੰਦਾ ਹੈ ਕਿ ਨੌਜਵਾਨ ਟੁੱਟ ਚੁੱਕੇ ਨੇ ਅਤੇ ਤੁਸੀਂ ਉਹਨਾਂ ਨੂੰ ਜੋੜਨ ਦੇ ਲਈ ਕੋਈ ਪਹਿਲ ਕਰ ਰਹੇ ਹੋ? ਭਾਜੀ ਇੱਦਾਂ ਹੈ ਕਿ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਨੌਜਵਾਨ ਚੰਡੀਗੜ੍ਹ 2-4 ਦਿਨ ਪਹਿਲੇ ਪਹੁੰਚੇ ਹੈ, ਪਰ ਜਿਹਨਾਂ 'ਚ ਹੋਰ ਵਾਧਾ ਕੀਤਾ ਜਾ ਸਕਦਾ ਹੈ ਅਤੇ ਉਹਦੇ ਵਿੱਚ ਨੁਕਸਾਨ ਕੀ ਹੈ? ਠੀਕ ਹੈ, ਇਹ ਜਿਸ ਪੱਧਰ ਦੀ ਸਾਡੀ ਲੜਾਈ ਹੈ ਅਸੀਂ ਜਿੰਨੇ ਹੋਵਾਂਗੇ ਉਨੇ ਅਸੀਂ ਘੱਟ ਹਾਂ। ਔਰ ਲੜਾਈ ਸਾਨੂੰ ਇੱਕ ਮੁੱਠ ਹੋ ਕੇ ਲੜਨ ਦੀ ਹੈ ਔਰ ਉਸੀ ਜਿਹੜੀ ਮੁੱਠ ਨੂੰ ਤਾਕਤਵਰ ਕਰਨ ਦੇ ਲਈ ਇਹ ਜਿਹੜੀ ਹੈ ਜਥੇਬੰਦੀ ਦੀ ਸਿਰਜਣਾ ਕੀਤੀ ਗਈ ਹੈ। ਔਰ ਇਹਦਾ ਜਿਹੜਾ ਉਦੇਸ਼ ਵਾਰ-ਵਾਰ ਸਟੇਜ ਤੋਂ ਵੀ ਇਹ ਗੱਲ ਕਹੀ ਗਈ ਹੈ ਔਰ मेरे जहन च भी आ रहा है कि बार बार ये सवाल क्यों उठ रहा है। इट हैज़ बीन मेड वेरी क्लियर दैट दिस जथेबंदी हैज़ कम इन सपोर्ट ऑफ
ਕਿਸਾਨ ਸੰਯੁਕਤ ਮੋਰਚਾ, ਔਰ ਸਾਡੇ ਏਮਸ ਐਂਡ ਆਬਜੈਕਟਿਵਸ ਵੀ ਜਿਹੜੇ ਆ ਉਹੀ ਹੈ ਜਿਹੜੇ ਕਿਸਾਨ ਸੰਯੁਕਤ ਮੋਰਚਾ ਦੇ ਆ। ਸਾਡੀ ਰਾਹ ਵੀ ਉਹੀ ਹੈ ਔਰ ਅਸੀਂ ਇੱਕ ਦੂਜੇ ਦਾ ਹੱਥ ਫੜ ਕੇ ਹੀ ਅੱਗੇ ਚੱਲਣਾ ਹੈ। ਇਹ ਸਿਰਫ ਯੂਥ ਨੂੰ ਆਰਗੇਨਾਈਜ਼ ਕਰਨ ਦੇ ਲਈ ਇੱਕ ਪਲੇਟਫਾਰਮ ਬਣਾਇਆ ਗਿਆ ਹੈ। ਕੀ ਪਲਾਨ ਕੀ ਹੈ ਤੁਹਾਡਾ ਯੂਥ ਨੂੰ ਆਰਗੇਨਾਈਜ਼ ਕਰਨ ਦੇ ਲਈ ਜਾਂ ਫਿਰ ਮੋਰਚੇ ਵੱਲ ਹੋਰ ਜਿਹੜੀ ਉਹ ਗਿਣਤੀ ਵਧਾਉਣ ਦੇ ਲਈ ਤੁਹਾਡੇ ਕੋਲੇ ਪਲਾਨ ਕੀ ਹੈ? ਇਸ ਗੱਲ ਦਾ ਜਵਾਬ ਤਾਂ ਜਿਹੜੇ ਜਥੇਬੰਦੀ ਦੇ ਫਾਰਮਲ ਮੈਂਬਰਸ ਹੈਗੇ ਆ, ਉਹ ਦੇਰ ਵਿਲ ਬੀ ਇਨ ਬੈਟਰ ਪੋਜੀਸ਼ਨ ਟੂ ਗਿਵ ਯੂ ਦ ਬਲੂਪ੍ਰਿੰਟ। ਮੈਂ ਤਾਂ ਸਪੋਰਟ ਦੇ ਵਿੱਚ ਇੱਥੇ ਆਈ ਹਾਂ ਜੀ। ਜਦ ਕਿਤੇ ਵੀ ਗੱਲ ਹੁੰਦੀ ਹੈ, ਮਨੁੱਖਤਾ ਦੀ ਗੱਲ ਹੁੰਦੀ ਹੈ, ਕਿਸਾਨੀ ਦੀ ਗੱਲ ਹੁੰਦੀ ਹੈ, ਪੰਜਾਬ ਦੀ ਗੱਲ ਹੁੰਦੀ ਹੈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਮੈਨੂੰ ਉੱਥੇ ਜਾਣਾ ਚਾਹੀਦਾ ਹੈ, ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਔਰ ਉਸੇ ਕਪੈਸਿਟੀ ਦੇ ਵਿੱਚ ਅੱਜ ਮੈਂ ਇੱਥੇ ਹਾਂ। ਠੀਕ ਹੈ, ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਤੁਹਾਡੀ ਖਾਸ ਤੌਰ 'ਤੇ ਜੇ ਮੈਂ ਜਾਣਨਾ ਚਾਹਾਂ, ਤੁਹਾਡੀ ਆਪਣੀ ਪਰਸਨਲ ਕੀ ਉਸ ਦੌਰਾਨ ਭੂਮਿਕਾ ਰਹੂਗੀ? ਕਿ ਇਲੈਕਸ਼ਨ ਲੜ ਸਕਦੇ ਹੋ? ਤੇ ਜਾਂ ਫਿਰ ਮੈਂ ਜੇ ਜਥੇਬੰਦੀ ਦੀ ਗੱਲ ਕਰਾਂ, ਚਲੋ ਜਥੇਬੰਦੀ ਦਾ ਸਵਾਲ ਅਸੀਂ ਬਾਪੂ ਜੀ ਉਹਨਾਂ ਤੋਂ ਪੁੱਛਾਂਗੇ, ਤੁਸੀਂ ਆਪਣੇ ਬਾਰੇ ਦੱਸੋ ਜੀ। ਐਕਚੁਅਲੀ ਇੱਕ ਇਹ ਬੜੀ ਦੁਖਦ ਗੱਲ ਹੈ ਕਿ ਅੱਜ ਸਾਰੀ ਗੱਲ ਇਲੈਕਸ਼ਨ ਲੜ ਸਕਦੇ ਆ, ਲੜਨਾ ਹੈ ਜਾਂ ਨਹੀਂ ਲੜਨਾ। ਇਹਨੂੰ ਅਸੀਂ ਗਲਤ ਤਰੀਕੇ ਨਾਲ ਨਹੀਂ ਦੇਖ ਰਹੇ। ਮੈਂ ਕੋਈ ਇਹਨੂੰ ਟਿੱਪਣੀ ਨਹੀਂ ਕਰ ਰਿਹਾ। ਮੈਂ ਜਾਣਨਾ ਚਾਹੁੰਦਾ ਇਲੈਕਸ਼ਨ ਲੜਨਾ ਕੋਈ ਗਲਤ ਗੱਲ ਨਹੀਂ, ਉਹ ਜ਼ਰੂਰੀ ਹੈ। ਮੈਂ ਪੁੱਛਣਾ ਚਾਹ ਰਿਹਾ ਕਿ ਕੀ ਭੂਮਿਕਾ ਹੋਊਗੀ? ਭਾਜੀ ਭੂਮਿਕਾ ਇਹ ਹੈ ਕਿ ਮੈਂ ਜਿੱਦਣ ITBP ਚੋਂ ਬਾਹਰ ਆਈ ਸੀ, ਉਦੋਂ ਤੋਂ ਹੀ ਮੈਂ ਜਿਹੜੇ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ 'ਤੇ ਵਿਚਰ ਰਹੀ ਹਾਂ। ਮੈਂ ਇਹ ਸਮਝਦੀ ਹਾਂ ਕਿ ਮੈਂ ਰਾਜਨੀਤੀ 'ਚ ਉਦੋਂ ਹੀ ਆ ਗਈ ਸੀ ਜਿੱਦਣ ਮੈਂ ਲੋਕਾਂ ਦੇ ਵਿੱਚ ਆ ਗਈ ਸੀ। ਜਿਹੜੀ ਰਾਜਨੀਤੀ ਦੀ ਅਸਲ ਡੈਫੀਨੇਸ਼ਨ ਹੈ, ਪਰਿਭਾਸ਼ਾ ਹੈ, ਉਹ ਹੈ ਵੀ ਇਹੀ ਕਿ ਜਿਹੜੀ ਆਮ ਲੋਕਾਂ ਦੀ ਪਾਰ ਹੈ, ਇਹਨੂੰ ਇਕੱਠੇ ਕਰਨਾ ਹੈ, ਜਥੇਬੰਦਕ ਤੌਰ 'ਤੇ ਇਕੱਠੇ ਕਰਨਾ ਹੈ ਔਰ ਉਹਨਾਂ ਦੀ ਰਾਜਨੀਤੀ ਦਾ ਹਿੱਸਾ ਜਿਹੜਾ ਹੈ ਮੋਰਚਾ ਹੋ ਰਿਹਾ। ਮੈਂ ਕਹਿੰਦੀ ਹਾਂ ਘਰ ਦੇ ਵਿੱਚ ਵੀ ਸਾਡੇ ਇੱਕ ਬਜ਼ੁਰਗ ਹੈ, ਬਾਕੀ ਉਹਨੂੰ ਫੋਲੋ ਕਰਦੇ। ਰਾਜਨੀਤੀ ਤਾਂ ਜਿੱਦਾਂ ਅਸੀਂ ਪੈਦਾ ਹੁੰਦੇ ਆ ਉਦੋਂ ਹੀ ਸਾਡੇ ਜੀਵਨ ਸ਼ੁਰੂ ਹੋ ਜਾਂਦੀ ਹੈ। ਇਹ ਇੱਕ ਮਿਸਨੋਮ ਬਣ ਗਿਆ, ਇਹ ਆਵਾਮ ਨੂੰ ਸਮਝਣ ਦੀ ਲੋੜ ਹੈ। ਇੱਕ ਮਿਸਨੋਮ ਬਣ ਗਿਆ ਕਿ ਅੱਜ ਅਸੀਂ ਸਿਰਫ ਇਲੈਕਟੋਰਲ ਪੋਲਿਟਿਕਸ ਨੂੰ ਹੀ ਰਾਜਨੀਤੀ ਸਮਝਣ ਲੱਗ ਗਏ। ਜਿਹੜੇ ਰਾਜਨੀਤੀ ਦੀ ਡੈਫੀਨੇਸ਼ਨ ਹੈ ਇਹ ਬੜੀ ਵਾਈਡ ਹੈਗੀ ਹੈ, ਠੀਕ ਹੈ ਨਾ। ਉਸ ਡੈਫੀਨੇਸ਼ਨ ਦੇ ਵਿੱਚ ਰਹਿੰਦੇ ਮੈਂ ਆਲਰੇਡੀ ਕੰਮ ਕਰ ਰਹੀ ਹਾਂ, ਔਰ ਕੱਲ੍ਹ ਨੂੰ ਜੇ ਮੈਨੂੰ ਇੱਦਾਂ ਲੱਗਦਾ ਹੈ ਕਿ ਆਪਣੇ ਜਿਹੜੇ ਮੇਰੇ ਏਮਸ ਐਂਡ ਆਬਜੈਕਟਿਵਸ ਹੈਗੇ ਆ ਉਹਨਾਂ ਤੱਕ ਜਾਣ ਦੇ ਲਈ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਕੁੱਦਣ ਦੀ ਵੀ ਲੋੜ ਹੈ, ਤਾਂ ਮੈਨੂੰ ਇਹਦੇ ਵਿੱਚ ਕੋਈ ਗੁਰੇਜ਼ ਨਹੀਂ ਹੈ। ਇਨਫੈਕਟ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਪੰਜਾਬ ਦਾ ਯੂਥ ਹੈ, ਇਹਨੂੰ ਇਹ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਵੇਲੇ ਯੂ ਡੋਂਟ ਹੈਵ ਐਨੀ ਚੋਇਸ। ਇਹ ਤੁਹਾਡੇ ਸਿਰ 'ਤੇ ਆ ਪਈ ਹੈ, ਹੁਣ ਇਹਨੂੰ ਸੰਭਾਲੋ। ਤੁਸੀਂ ਆਪ ਅੱਗੇ ਆਓ, ਬੀ ਯੋਰ ਓਨ ਲੀਡਰਸ। ਲੋਕਾਂ ਵੱਲ ਨਾ ਦੇਖੋ ਕਿ ਕੋਈ ਕਿਤੋਂ ਅਸਮਾਨੋਂ ਡਿੱਗੂਗਾ ਤੇ ਤੁਹਾਨੂੰ ਬਚਾਊਗਾ। ਇਹ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ। ਅੱਜ ਸਾਡੇ ਜਿਹੜੇ ਬੱਚੇ ਹੈ, ਆਪਣੇ ਤੁਸੀਂ ਛੋਟੇ ਜਿਹੇ ਬੱਚੇ ਨੂੰ ਪੁੱਛਣ ਲੱਗ ਜਾਂਦੇ ਹੋ ਤੂੰ ਕੀ ਬਣਨਾ ਹੈ। ਕੋਈ ਬੱਚਾ ਕਿਉਂ ਨਹੀਂ ਕਹਿੰਦਾ ਕਿ ਮੈਂ ਲੀਡਰ ਬਣਨਾ ਹੈ? ਕੋਈ ਬੱਚਾ ਕਿਉਂ ਨਹੀਂ ਕਹਿੰਦਾ ਕਿ ਮੈਂ ਕੱਲ੍ਹ ਨੂੰ ਰਾਜਨੀਤੀ ਦੇ ਵਿੱਚ ਆਉਣਾ ਹੈ? ਠੀਕ ਹੈ, ਅਸੀਂ ਆਪਣੇ ਬੱਚਿਆਂ ਨਾਲ ਇੱਦਾਂ ਦੀਆਂ ਗੱਲਾਂ ਕਰੀਏ ਤਾਂ ਕਿ ਬਚਪਨ ਦੇ ਵਿੱਚ ਹੀ ਬੀਜ ਰੂਪ 'ਚ ਉਹਨਾਂ ਦੇ ਮਨ 'ਚ ਇਹ ਗੱਲਾਂ ਘਰ ਕਰ ਜਾਣ ਕਿ ਉਹ ਕੱਲ੍ਹ ਦੇ ਨੇਤਾ ਉਹ ਲੋਕ ਹੈਗੇ ਹੈ। ਉਹ ਲੋਕ ਨਹੀਂ ਜਿਹਨਾਂ ਨੇ ਸਮਝ ਲਿਆ ਕਿ ਪਿਤਾ ਪੁਰਖੀ ਉਹਨਾਂ ਨੂੰ ਗੱਦੀਆਂ ਮਿਲੀਆਂ ਹੋਈਆਂ ਆ ਤੇ ਉਹਦੇ ਉੱਤੇ ਆਪਣਾ ਕਬਜ਼ਾ ਜਮਾ ਕੇ ਬੈਠੇ ਆ। ਤੇ ਲੱਗਦਾ ਨਹੀਂ ਕਿ ਉਹ ਲੋਕ ਜਿਹੜਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਜਦੋਂ ਕੋਈ ਨਵਾਂ ਚਿਹਰਾ ਅੱਗੇ ਆਉਣ ਲੱਗਦਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਦਬਾ ਲਿੱਤਾ ਜਾਂਦਾ ਇਹ ਗੱਲ ਕਹਿ ਕੇ ਕਿ ਇਹਨਾਂ ਦਾ ਕੋਈ ਪੋਲੀਟੀਕਲ ਮਨਸ਼ਾ ਹੈ। ਹਾਲਾਂਕਿ ਉਹ ਆਪ ਰਾਜਨੀਤੀ ਕਰ ਰਹੇ ਹੁੰਦੇ ਨੇ, ਪਰ ਜਿਹੜੇ ਨਵੇਂ ਚਿਹਰਿਆਂ ਨੂੰ ਇਹ ਕਹਿ ਕੇ ਪਿੱਛੇ ਕਰਕੇ ਮਤਲਬ ਪਤਾ ਨਹੀਂ ਰਾਜਨੀਤੀ ਕਿੰਨੀ ਕੁ ਗੰਦੀ ਚੀਜ਼ ਹੈ, ਇਸ ਤੋਂ ਦੂਰ ਰਹੋ। ਸਹਿਮਤ ਹੋ? ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੇ ਮਨ ਦੀ ਇਹ ਗੱਲ ਕੀਤੀ ਹੈ। ਮੈਂ ਪਹਿਲੇ ਵੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਇਹੀ ਗੱਲ ਕਰ ਰਹੀ ਸੀ ਕਿ ਇਸ ਗੱਲ ਨੂੰ ਇੱਕ ਲੇਬਲ ਕਿਉਂ ਬਣਾਤਾ ਜਾਂਦਾ ਹੈ ਕਿ ਇਹ ਰਾਜਨੀਤੀ 'ਚ ਕਦਮ ਰੱਖਣ ਲਈ ਉਹਨਾਂ ਬੰਦਿਆਂ ਦੇ ਵੱਲੋਂ ਹੀ ਬਣਾਇਆ ਜਾਂਦਾ ਜਿਹੜੇ ਰਾਜਨੀਤੀ ਦੇ। ਇਹ ਦੇਖੋ, ਫੌਜ ਦੇ ਵਿੱਚ ਸਾਨੂੰ ਸਿਖਾਉਂਦੇ ਕਿ ਹਰ ਵਾਰ ਜ਼ਰੂਰੀ ਨਹੀਂ ਹੈ ਹਰ ਲੜਾਈ ਹਥਿਆਰਾਂ ਨਾਲ ਹੋਵੇ, ਟੈਕਟਿਕਸ ਹੈ, ਠੀਕ ਹੈ ਨਾ। ਤੁਸੀਂ ਮੋਰਚੇ ਵਿੱਚ ਦੇਖੋ ਕਈ ਬਹੁਤ ਚੰਗੇ ਚੰਗੇ ਬੁਲਾਰੇ ਆਉਂਦੇ, ਉਹ ਕਹਿੰਦੇ ਨਹੀਂ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਆਈ ਆਲਵੇਜ਼ ਕੁਐਸਚਨ ਦੈਮ ਵਾਈ। ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ? ਤੁਸੀਂ ਕਿਉਂ ਖਾਲੀ ਛੱਡਤੀ? ਚੋਰ ਉਚੱਕਿਆਂ ਦੇ ਲਈ ਤੁਸੀਂ ਇਹਨੂੰ ਖਾਲੀ ਛੱਡਤਾ। ਅਸੀਂ ਕਿੱਥੋਂ ਤੁਰੇ ਸੀਗੇ 1947 'ਚ, ਅੱਜ ਅਸੀਂ ਕਿੱਥੇ ਆ ਕੇ ਡਿੱਗ ਗਏ ਹਾਂ। 70 ਸਾਲਾਂ 'ਚ ਸਾਡੇ ਕੀ ਹਾਲਾਤ ਹੋ ਗਏ ਹੈ। ਇਹ ਇਸੇ ਕਰਕੇ ਹੋਏ ਹੈ ਕਿਉਂਕਿ ਅਸੀਂ ਨਹੀਂ ਆਉਣਾ ਚਾਹੁੰਦੇ। ਅਸੀਂ ਹਮੇਸ਼ਾ ਗੁਲਾਮ ਦੀ ਜਾਂ ਨੌਕਰ ਦੀ ਭੂਮਿਕਾ 'ਚ ਕਿਉਂ ਰਹਿਣਾ ਚਾਹੁੰਦੇ ਹਾਂ? ਠੀਕ ਹੈ। ਔਰ ਰਾਜਨੀਤੀ ਤਾਂ ਮੈਂ ਵੀ ਨਹੀਂ ਕਹੂੰਗੀ ਕਿ ਕੋਈ ਮਾਲਕ ਦੀ ਭੂਮਿਕਾ ਹੈ, ਇਹ ਸੇਵਾ ਹੈ, ਠੀਕ ਹੈ। ਜੇ ਇਹਨੂੰ ਸੇਵਾ ਦੇ ਤੌਰ 'ਤੇ ਕੀਤਾ ਜਾ ਸਕੇ। ਔਰ ਬਹੁਤ ਸਾਰਿਆਂ ਦੇ ਵਿਤਕਰੇ ਹੁੰਦੇ ਆ ਸਮਾਜ ਵਿੱਚ। ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਸੀਗੀ, ਜਿੰਨੇ ਵੀ ਸਾਡੇ ਆਜ਼ਾਦੀ ਘੁਲਾਟੀਏ ਸੀਗੇ, ਕਈ ਤਰ੍ਹਾਂ ਦੇ ਉਹਨਾਂ ਦੇ ਮਤਭੇਦ ਸੀਗੇ, ਪਰ ਉਹ ਆਪਣਾ ਇੱਕ ਜ਼ਿੰਮੇਵਾਰੀ ਸਮਝ ਕੇ ਇੱਕ ਟੀਚਾ ਆਪਣੇ ਸਾਹਮਣੇ ਲੈ ਕੇ ਇਕੱਠੇ ਚੱਲੇ ਸੀਗੇ। ਤੇ ਅੱਜ ਪੰਜਾਬ ਨੂੰ ਵੀ, ਜਿਹੜੇ ਪੰਜਾਬ ਦਾ ਯੂਥ ਹੈ, ਉਹਨੂੰ ਵੀ ਇਸੇ ਚੀਜ਼ ਦੀ ਅੱਜ ਜ਼ਰੂਰਤ ਹੈ ਕਰਨ ਦੀ। ਆ ਪਈ ਉਹਨਾਂ ਦੇ ਮੋਢਿਆਂ ਦੇ ਉੱਤੇ ਕਿ ਹਰ ਤਰ੍ਹਾਂ ਦੇ ਮਤਭੇਦ ਛੱਡ ਕੇ ਇਕੱਠੇ ਹੋਣ ਦੀ ਗੱਲ ਕਰਨ ਔਰ ਇੱਕ ਦੂਸਰੇ ਦੀਆਂ ਬਾਹਾਂ ਬਣਨ, ਤੇ ਜਿਹੜਾ ਪੰਜਾਬ ਅੱਜ ਜਿੱਥੇ ਜਾ ਕੇ ਡਿੱਗਿਆ ਹੋਇਆ ਆ ਉੱਥੋਂ ਉਹਨੂੰ ਕੱਢਣ ਦੇ ਲਈ ਖੰਭਲਾ ਮਾਰਿਆ ਜਾਏ। ਕਿ ਇਸ ਚੋਣਾਂ ਦੇ ਵਿੱਚ ਤੁਹਾਨੂੰ ਅਸੀਂ ਕਿਤੋਂ ਸੀਟ ਲੜਦੇ ਹੋਏ ਦੇਖ ਸਕਦੇ ਹਾਂ, ਕਿਸੇ ਪਾਰਟੀ ਦੇ ਨਾਲ ਜੁੜ ਕੇ ਜਾਂ ਫਿਰ ਕੋਈ ਆਜ਼ਾਦ ਉਮੀਦਵਾਰ ਦੇ ਵਜੋਂ?
ਭਾਜੀ ਮੇਰੀ ਜਿਹੜੀ ਲੜਾਈ ਹੈਗੀ ਹੈ ਨਾ, ਇਹ ਜਿਹੜੀ ਅੱਜ ਦੀ ਪੋਲੀਟੀਕਲ ਕਲਾਸ ਹੈ ਉਹਦੇ ਨਾਲ ਹੈ। ਉਹ ਕੋਈ ਵੀ ਪਾਰਟੀ ਹੋਵੇ, ਉਹ ਚਾਹੇ ਕੋਈ ਆਜ਼ਾਦ ਉਮੀਦਵਾਰੀ ਕਿਉਂ ਨਾ ਹੋਵੇ, ਕਿਉਂਕਿ ਦੇ ਆਰ ਆਲ ਪਾਰਟ ਆਫ ਅ ਕਲਾਸ ਜਿਹਨੇ ਜਕੜ ਲਿਆ ਸਾਡੇ ਸਮਾਜ ਨੂੰ। ਔਰ ਉਸ ਕਲਾਸ ਨੂੰ ਜੜੋਂ ਮੁਕਾਉਣ ਦੇ ਲਈ ਜੋ ਕੁਝ ਵੀ ਕਰਨਾ ਪਏਗਾ ਉਹ ਕਰਨ ਲਈ ਮੈਂ ਆਲਰੇਡੀ ਯਤਨਸ਼ੀਲ ਹੈਗੀ ਹਾਂ। ਔਰ ਕੱਲ੍ਹ ਨੂੰ ਕੁਝ ਹੋਰ ਵੀ ਕਰਨਾ ਪਏਗਾ ਇਸ ਤੋਂ ਵੱਧ ਕੇ ਤਾਂ ਉਹ ਵੀ ਕਰਾਂਗੇ। ਤੇ ਜੇ ਮੈਨੂੰ ਸਮਾਂ ਥੋੜਾ ਮੈਂ ਇਸ ਲਈ ਪੁੱਛਣਾ ਚਾਹ ਰਿਹਾ ਕਿਉਂਕਿ ਹਲੇ ਸੋਚਣ ਦਾ ਜਿਹੜਾ ਉਹ ਸਮਾਂ ਵੀ ਹੈ, ਸੋਚਣ ਦੇ ਉਹਨੂੰ ਅਮਲੀ ਜਾਮਾ ਪਹਿਨਾਉਣ ਦਾ ਸਮਾਂ ਵੀ ਇਹੀ ਹੈ। ਤਾਂ ਸੋਚ ਤਾਂ ਰੱਖਿਆ ਹੋਊਗਾ ਕਿ ਇਹ ਵਾਲੀਆਂ ਚੋਣਾਂ ਜਾਂ ਫਿਰ ਅੱਗੇ ਹਲੇ ਹੋਰ ਸਮਾਂ ਦੇਣ ਦੀ ਜ਼ਰੂਰਤ ਹੈਗੀ ਹੈ ਜਾਂ ਫਿਰ ਇਸੇ ਚੋਣਾਂ ਦੇ ਵਿੱਚ ਕਿਤੇ ਅੱਗੇ ਆ ਸਕਦੇ ਹੋ? ਭਾਜੀ ਉਹ ਕਹਿੰਦੇ ਵਨ ਸਟੈਪ ਮਸਟ ਸਟਾਰਟ ਈਚ ਜਰਨੀ। ਕਦਮ ਪੁੱਟ ਲਏ, ਠੀਕ ਹੈ। ਮੰਜ਼ਿਲ ਜਿਹੜੀ ਹੈ ਬੜੀ ਦੂਰ ਹੈ। ਮੰਜ਼ਿਲ ਜਿਹੜੀ ਚੋਣ ਲੜਨਾ ਨਹੀਂ ਹੈ, ਮੰਜ਼ਿਲ ਜਿਹੜਾ ਆ ਜਿੱਥੇ ਡਿੱਗੇ ਉੱਥੋਂ ਨਿਕਲਣਾ ਆ। ਉਹਨੂੰ ਕੱਢਣ ਦੇ ਲਈ ਉਹ ਜੇ ਲੱਗੂਗਾ ਕਿ ਅੱਜ ਚੋਣ ਲੜਨ ਦੀ ਲੋੜ ਹੈ, ਅੱਜ ਲੜਾਂਗੇ। ਜੇ ਲੱਗੂਗਾ ਕਿ ਕੱਲ੍ਹ ਨੂੰ ਲੋੜ ਪਏਗੀ, ਕੱਲ੍ਹ ਨੂੰ ਲੜਾਂਗੇ। ਜੇ ਲੱਗੂਗਾ ਕਿ ਚੋਣ ਦੀ ਲੋੜ ਨਹੀਂ ਹੈਗੀ, ਇਹ ਇੱਦਾਂ ਬਿਹਤਰ ਲੜਿਆ ਜਾ ਸਕਦਾ ਪ੍ਰੈਸ਼ਰ ਗਰੁੱਪਸ ਬਣਾ ਕੇ, ਤਾਂ ਉਹ ਕੀਤਾ ਜਾਊਗਾ। ਕਿਉਂਕਿ ਮਾਈ ਏਮ ਇਜ਼ ਨਾਟ ਟੂ ਕੰਟੈਸਟ ਇਲੈਕਸ਼ਨ। ਇਹ ਜਿਹੜਾ ਇੱਕ ਤਰੀਕਾ ਹੋ ਸਕਦਾ ਆ ਮੇਰੀ ਮੰਜ਼ਿਲ ਤੱਕ ਪਹੁੰਚਣ ਦੇ ਲਈ, ਪਰ ਮੰਜ਼ਿਲ ਇਹ ਨਹੀਂ ਹੈਗੀ। ਤੇ ਇਸ ਕਰਕੇ ਮੰਜ਼ਿਲ ਤੇ ਜਾਣ ਲਈ ਜੇ ਲੱਗੂਗਾ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਚੋਣ ਲੜਨ ਦੀ ਲੋੜ ਹੈਗੀ ਹੈ ਤਾਂ ਜ਼ਰੂਰ ਲੜਾਂਗੇ ਵੀ। ਜੇ ਲੱਗੂਗਾ ਨਹੀਂ ਹੈਗੀ ਤਾਂ ਫਿਰ ਨਹੀਂ। ਪੜ੍ਹੇ ਲਿਖੇ ਹੋ, ਚੰਗੇ ਸਪੋਕਸਪਰਸਨ ਹੋ, ਹੁਣ ਤੱਕ ਕਿਸੇ ਪਾਰਟੀ ਵੱਲੋਂ ਕੋਈ ਆਫਰ ਆ ਚੁੱਕੀ ਹੈ? ਪਾਰਟੀ ਮਤਲਬ ਜੇ ਪਿੰਡ ਨਹੀਂ ਜਾਣਾ ਉਹਦੀ ਦਿਸ਼ਾ ਵੱਲ ਫਿਰ ਦੇਖਣਾ ਕਿਉਂ? ਠੀਕ ਹੈ, ਆਫਰ ਆਉਣਾ ਨਾ ਆਉਣਾ ਫਿਰ ਇਸ ਗੱਲ ਦੇ ਮਾਇਨੇ ਨਹੀਂ ਰਹਿ ਜਾਂਦੇ। ਠੀਕ ਹੈ ਜੀ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਵੀ ਪਾਰਟੀਜ਼ ਸਾਡੀਆਂ ਟ੍ਰੈਡੀਸ਼ਨਲ ਹੈਗੀਆਂ ਆ, ਇਹ ਕੋਈ ਅਲੱਗ-ਅਲੱਗ ਐਂਟੀਟੀਜ਼ ਨਹੀਂ ਹੈਗੀਆਂ। ਇਹ ਇੱਕ ਹੀ ਹੈ ਸਾਰੇ। ਠੀਕ ਹੈ, ਜਿਹਦੀ ਮਰਜ਼ੀ ਸਰਕਾਰ ਆ ਜਾਵੇ, ਬੰਦੇ ਤੁਸੀਂ ਦੇਖੋ ਉਹੀ ਰਹਿੰਦੇ ਆ। ਇੱਕ ਦੂਸਰੇ ਨੂੰ ਇਹ ਕੰਪਲੀਮੈਂਟ ਕਰਦੇ ਆ, ਇੱਕ ਦੂਜੇ ਦੇ ਪੂਰਕ ਹੈ ਇਹ। ਠੀਕ ਹੈ, ਇਕੱਠੇ ਹੋ ਕੇ ਕੰਮ ਕਰਦੇ ਆ। ਜਿੱਦਾਂ ਕਿ ਕੋਈ ਨਵਾਂ ਬੰਦਾ ਉੱਠ ਕੇ ਨਾ ਖੜਾ ਹੋਵੇ, ਇਹਦੇ ਲਈ ਇਹ ਸਾਰੇ ਇਕੱਠੇ ਹੋ ਕੇ ਉਸ ਬੰਦੇ ਦੇ ਅਗੇਂਸਟ ਕੰਮ ਕਰਨਗੇ। ਇਹ ਸੋਚ ਦੇ ਖਿਲਾਫ ਮੈਂ ਲੜਨਾ ਚਾਹੁੰਦੀ ਹਾਂ। ਔਰ ਜਿਹੜੀ ਟ੍ਰੈਡੀਸ਼ਨਲ ਜਿਹੜਾ ਇੱਥੇ ਦਾ ਪੋਲੀਟੀਕਲ ਸਿਸਟਮ ਹੈਗਾ, ਮੈਂ ਉਹਦਾ ਹਿੱਸਾ ਬਿਲਕੁਲ ਨਹੀਂ ਬਣਨਾ ਚਾਹੁੰਦੀ। ਇਸ ਤਰ੍ਹਾਂ ਦਾ ਸਿਸਟਮ ਹੈ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਗੱਲਾਂ ਕਰ ਰਹੇ ਹੋ, ਇਹ ਇੰਨਾ ਆਸਾਨ ਹੈ ਕਿ ਤੁਸੀਂ ਇਸ ਨੂੰ ਬਦਲ ਸਕੋ? ਆਸਾਨ ਤਾਂ ਨਹੀਂ ਹੈ। ਆਸਾਨ ਤਾਂ ਮੁਲਕ ਨੂੰ ਆਜ਼ਾਦ ਕਰਾਉਣਾ ਵੀ ਨਹੀਂ ਸੀਗਾ। ਆਸਾਨ ਤਾਂ ਸਾਡੇ ਗੁਰੂਆਂ ਦੇ ਅੱਗੇ ਵੀ ਜਿਹੜੀਆਂ ਚੋਇਸਿਸ ਸੀਗੀਆਂ ਉਹ ਆਸਾਨ ਨਹੀਂ ਸੀਗੀਆਂ। ਪਰ ਜੇ ਕੁਝ ਮੁਸ਼ਕਿਲ ਹੈ ਤਾਂ ਉਹਦਾ ਫਿਰ ਮਤਲਬ ਇਹ ਨਹੀਂ ਹੈ ਕਿ ਘਰੇ ਬੈਠ ਜਾਈਏ। ਤੇ ਇੱਕ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਸ਼ੁਰੂ ਹੋਣੀ ਚਾਹੀਦੀ ਹੈ। ਫਲ ਸਾਨੂੰ ਮਿਲ ਜਾਏ, ਸਾਡੀ ਅਗਲੀ ਪੀੜ੍ਹੀ ਨੂੰ ਮਿਲ ਜਾਏ, ਉਹ ਤੋਂ ਅਗਲੀ ਨੂੰ ਮਿਲ ਜਾਏ। ਕਈ ਵਾਰ ਜਿਹੜੀ ਜੰਗ ਹੁੰਦੀ ਹੈ ਤੁਸੀਂ ਇਸ ਕਰਕੇ ਨਹੀਂ ਲੜਦੇ ਜਿੱਤਣ ਹਾਰਨ ਕਰਕੇ। ਕਈ ਜੰਗਾਂ ਇਸ ਕਰਕੇ ਵੀ ਲੜੀਆਂ ਜਾਂਦੀਆਂ ਜਸਟ ਟੂ ਲੈਟ ਯੋਰ ਓਪੋਨੈਂਟਸ ਨੋ ਦੈਟ ਆਈ ਐਗਜ਼ਿਸਟ ਐਂਡ ਆਈ ਡੇਅਰ, ਕਿ ਮੈਂ ਹੈਗੀ ਹਾਂ ਔਰ ਮੈਂ ਜੁਰਤ ਕਰਦੀ ਹਾਂ ਤੁਹਾਨੂੰ ਲਲਕਾਰਨ ਦੀ। ਕਿਉਂਕਿ ਅੱਜ ਜਿਹੜੀ ਸਾਡੀ ਕਲਾਸ ਜਿਹਦੇ ਹੱਥ 'ਚ ਸਭ ਕੁਝ ਆ ਗਿਆ ਆ, ਉਹਨੂੰ ਤਾਂ ਇਹੀ ਲੱਗਦਾ ਹੈ ਕਿ ਸਭ ਉਹਨਾਂ ਦੇ ਅੱਗੇ ਲੰਮੇ ਪੈ ਗਏ ਆ, ਸਭ ਨੇ ਹੱਥ ਜੋੜਤੇ ਆ। ਐਂਡ ਵੀ ਨੀਡ ਟੂ ਕਨਵੇ ਇਟ ਟੂ ਦੈਮ